ਅਸੀਂ ਤਸਵੀਰਾਂ ਕੁਝ ਹੋਰ ਦਿਖਾ ਰਹੇ ਹਾਂ। ਇਸ ਸਮੇਂ ਭਗਵੰਤ ਮਾਨ ਦੀਆਂ ਵੀ ਤਸਵੀਰਾਂ ਗੁਰੂ ਘਰ ਦੇ ਵਿੱਚ ਜਾ ਕੇ ਨਤਮਸਤਕ ਹੋਏ ਨੇ। ਭਗਵੰਤ ਮਾਨ ਜਦੋਂ ਮੋਹਾਲੀ ਦੇ ਵਿੱਚ ਉਹਨਾਂ ਨੇ ਆਪਣਾ ਬੂਟਕਾਸਟ ਕਰਨਾ ਸੀ ਤਾਂ ਉਸ ਸਮੇਂ ਦੀਆਂ ਤਸਵੀਰਾਂ ਨੇ ਔਰ ਭਗਵੰਤ ਮਾਨ ਲਾਜ਼ਮੀ ਤੌਰ ਤੇ ਨਰਵਸਨੈਸ ਉਹਨਾਂ ਦੇ ਅੰਦਰ ਵੀ ਹੋਏਗੀ। ਇੱਕ ਬੇਸ਼ੱਕ ਉਹ ਚਿਹਰੇ ਦੇ ਉੱਤੇ ਨਾ ਆਉਣ ਦੇਣ ਜਾਂ ਫਿਰ ਕੋਈ ਵੀ ਪੋਲੀਟੀਕਲ ਆਗੂ ਨਾ ਆਉਣ ਦੇਵੇ, ਪਰ ਸਿਰ ਝੁਕਾ ਕੇ ਅਰਦਾਸ ਰੱਬ ਦੇ ਕੋਲੋਂ ਹੁਣ ਤਾਂ ਵੋਟਾਂ ਵਾਲੀ ਹੋਣੀ ਹੈ। बिल्कुल बिल्कुल इस बार यह भी खास है कि भगवंत मान हुण मुख मंत्री का चेहरा ने आम आदमी पार्टी का जो लगातार पैर जमाती रही है। तस्वीरों के विच कुलवंत सिंह भी ने जो मोहाली तो उम्मीदवार ने, दोवां ने इकट्ठे वोट कास्ट की है। गौरव, कुलवंत सिंह नूं टिकट दी आम आदमी पार्टी ने, यह भी जिक्र करना जरूरी होएगा कि सब तो अमीर कैंडीडेट ने इस इलैक्शन दे विच कुलवंत सिंह आम आदमी पार्टी दे वल्लों ते भगवंत मान नतमस्तक होए ने गुरु घर दे विच ते जित दा दावा खैर सारियां पार्टियां कर रही ने। भगवंत मान धूरी तो चोण लड़ रहे हैं। एक वड्डा मुकाबला धूरी सीट ते देखण नूं मिल रहा है। वोट उन्हां दा मोहाली दे विच है, मोहाली च वोट कास्ट करके धूरी जाणगे। और मोहाली ਦੇ ਵਿੱਚ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਨੇ ਜਦੋਂ ਬਿਲਕੁਲ ਸਵੇਰ ਦੇ ਸਮੇਂ, ਕਿਉਂਕਿ 8 ਵਜੇ ਹੀ ਵੋਟ ਕਾਸਟ ਕਰਨ ਦੇ ਲਈ ਭਗਵੰਤ ਮਾਨ ਜਿਹੜਾ ਉੱਥੇ ਪਹੁੰਚ ਗਏ ਸੀ, ਉਹਨਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਹੈ। ਭਗਵੰਤ ਮਾਨ ਨੇ ਉਸ ਸਮੇਂ ਕੀ ਕੁਝ ਕਿਹਾ ਹੈ ਉਹ ਵੀ ਆਪਣੇ ਦਰਸ਼ਕਾਂ ਨੂੰ ਸੁਣਾਉਂਦੇ ਹਾਂ। मैं अपने वोट का इस्तेमाल कर लिया। शहीद आजम भगत सिंह वर्गे हज़ारां योद्धा ने कुर्बानियां दे के सानू वोटर कार्ड लैके दिता है। इस वोट के अधिकार का जरूर इस्तेमाल करो, जिन्हों मर्जी पाओ पर अपनी मर्जी नाल पाओ। भगवंत मान ने वोट कास्ट किया। मीत हेयर दी तस्वीरां असीं विखा रहे हैं। मीत हेयर बरनाला तो आम आदमी पार्टी तो विधायक भी बने ते इस बार फिर तो कैंडीडेट ने। और बरनाला वाली सीट तो बहुत चर्चा दे विच है क्योंकि इत्थे पवन बंसल के बेटे नूं टिकट दी है कांग्रेस के वल्लों मनीष बंसल नूं, और नाराजगी केवल ढिल्लों दी सी। और केवल ढिल्लों इन्ना वड्डा चेहरा, 2 बार विधायक रहे हो कांग्रेस दे विच और दक्षिण मालवे दे विच एक वड्डे चेहरे के तौर के उत्ते बरनाले दे विच संगरूर दे विच उन्हां नूं देखिया जांदा है। पार्टी ने बाहर कर दिता केवल ढिल्लों नूं। ਤਾਂ मीत हेयर एक बार फिर तो चोण मैदान ਦੇ ਵਿੱਚ ਨੇ। ਇਹ ਜਿਹੜੇ 10 ਵਿਧਾਇਕ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ ਉਹਨਾਂ ਦੇ ਵਿੱਚੋਂ ਸਭ ਤੋਂ ਮਜ਼ਬੂਤ ਉਮੀਦਵਾਰਾਂ ਦੇ ਵਿੱਚੋਂ ਇੱਕ ਤੁਸੀਂ ਕਹਿ ਸਕਦੇ ਹੋ ਕਿ मीत हेयर ਦਾ ਨਾਮ ਵੀ ਜ਼ਰੂਰ ਲਿਆ ਜਾਂਦਾ ਹੈ ਜਦੋਂ ਆਪਾਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦੇ ਹਾਂ। ਬਿਲਕੁਲ, ਤਾਂ ਅਗਲੀਆਂ ਤਸਵੀਰਾਂ ਵੀ ਵਿਖਾਵਾਂਗੇ। ਹਰਪਾਲ ਚੀਮਾ ਜੋ ਕਿ ਲੀਡਰ ਆਫ ਆਪੋਜੀਸ਼ਨ ਸੀ, ਆਮ ਆਦਮੀ ਪਾਰਟੀ ਦੇ ਆਗੂ ਨੇ, ਵਿਧਾਇਕ ਨੇ ਤੇ ਇਸ ਵਾਰ ਫਿਰ ਤੋਂ ਦੜਬਾ ਤੋਂ ਚੋਣ ਲੜ ਰਹੇ ਨੇ। ਹਰਪਾਲ ਚੀਮਾ ਨੇ ਵੀ ਆਪਣੀ ਵੋਟ ਕਾਸਟ ਕਰ ਦਿੱਤੀ ਹੈ, वोट हक का इस्तेमाल किया है। हरपाल चीमा एक काफ़ी अहम हो जाता है क्योंकि लॉयर ने पेशे तो आम आदमी पार्टी का हिस्सा बने, उस तो बाद आम आदमी पार्टी ने टिकट दी, विधायक बने ते इत्थों तक के लीडर ऑफ ऑपोजिशन तक भी गए गौरव। ते हुण एक बार फिर तो पार्टी ने उन्होंने भरोसा जताया तो एक बार फिर तो उन्होंने टिकट दी है। और बिल्कुल मैं जो पहला जिक्र कर रहा कि देखो 5 साल ਦੇ ਵਿੱਚ ਕੀ ਚੇਂਜ ਹੁੰਦਾ ਹੈ। 5 ਸਾਲ ਦੇ ਵਿੱਚ ਤੁਹਾਡਾ ਅਹੁਦਾ, ਤਜਰਬਾ, ਸਿਆਸਤਦਾਨ ਦੇ ਤੌਰ ਦੇ ਉੱਤੇ ਬੜੀਆਂ ਚੀਜ਼ਾਂ ਚੇਂਜ ਹੁੰਦੀਆਂ ਨੇ ਔਰ ਕੁਝ ਅਜਿਹਾ ਹੀ ਬਦਲਾਅ ਕੁਲਤਾਰ ਸੰਧਵਾ ਨੇ ਵੀ ਫੀਲ ਕੀਤਾ ਹੋਏਗਾ। ਖੈਰ ਕੁਲਤਾਰ ਸੰਧਵਾ ਕੋਟਪੁਰਾ ਤੋਂ ਵਿਧਾਇਕ ਬਣੇ ਤੇ ਇੱਕ ਅਜਿਹੇ ਪਰਿਵਾਰ ਤੋਂ ਆਉਂਦੇ ਨੇ ਜਿਨ੍ਹਾਂ ਨੇ ਸੱਤਾ ਦਾ ਸਿਖਰ ਦੇਖਿਆ ਹੋਇਆ ਹੈ, ਦੇਸ਼ ਤੇ ਰਾਸ਼ਟਰਪਤੀ ਤੱਕ ਦਾ ਜਿਹੜਾ ਅਹੁਦਾ ਦੇਖਿਆ ਹੋਇਆ ਹੈ। ਕੁਲਤਾਰ ਸੰਧਵਾ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ। ਬਹੁਤ ਇੰਪੋਰਟੈਂਟ ਸੀਟ ਹੈ ਕੋਟਪੁਰਾ, ਜਿਹੜੀ ਬਹੁਤ ਚਰਚਾ ਦੇ ਵਿੱਚ 2017 ਚ ਰਹੀ ਸੀ, ਇਸ ਵਾਰੀ ਮੁੜ ਤੋਂ ਬਹੁਤ ਚਰਚਾ ਦੇ ਵਿੱਚ ਹੈ, ਜਿੱਥੋਂ ਮਨਤਾਰ ਬਰਾੜ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਅਕਾਲੀ ਦਲ ਦੇ ਵੱਲੋਂ ਤੇ ਕੁਲਤਾਰ ਸੰਧਵਾ ਖੁਸ਼ ਬਹੁਤ ਨਜ਼ਰ ਆ ਰਹੇ। ਬਿਲਕੁਲ ਮੁਕਾਬਲਾ ਫਸਵਾਂ ਦੱਸਿਆ ਜਾ ਰਿਹਾ। ਖੁਸ਼ ਤਾਂ ਖੈਰ ਅਕਸਰ ਇਹੋ ਜਿਹੀਆਂ ਹੀ ਤਸਵੀਰਾਂ ਕੁਲਤਾਰ ਸੰਧਵਾ ਖੁਸ਼ੀ ਰਹਿੰਦੇ ਨੇ। ਗਿਆਨੀ ਜ਼ੈਲ ਸਿੰਘ ਦੇ ਪਰਿਵਾਰ ਤੋਂ ਆਉਂਦੇ ਨੇ, ਟਿਕਟ ਦਿੱਤਾ ਉਹਨਾਂ ਨੂੰ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ, ਵਿਧਾਇਕ ਬਣੇ ਤੇ ਇਸ ਵਾਰ ਫਿਰ ਤੋਂ ਮੁਕਾਬਲੇ ਦੇ ਵਿੱਚ ਨੇ। ਰਾਘਵ ਚੱਡਾ ਦੀਆਂ ਤਸਵੀਰਾਂ ਅਸੀਂ ਵਿਖਾ ਰਹੇ ਹਾਂ। ਰਾਘਵ ਚੱਡਾ ਵੀ ਗੁਰੂ ਘਰ ਨਤਮਸਤਕ ਹੋਏ ਨੇ। ਆਮ ਆਦਮੀ ਪਾਰਟੀ ਦੇ ਪੰਜਾਬ 'ਚ ਕੋ ਇੰਚਾਰਜ ਨੇ ਤੇ ਗੁਰੂ ਘਰ ਨਤਮਸਤਕ ਹੋਏ ਨੇ। ਅੱਜ ਦਾ ਦਿਨ ਸਾਰੀਆਂ ਪਾਰਟੀਆਂ ਦੇ ਲਈ, ਸਾਰੇ ਸਿਆਸਤਦਾਨਾਂ ਦੇ ਲਈ ਬੜਾ ਅਹਿਮ ਹੈ। ਬੜਾ ਅਹਿਮ ਹੈ ਕਿਉਂਕਿ ਰਾਘਵ ਚੱਡਾ ਜੇ ਦੇਖਿਆ ਜਾਵੇ ਤਾਂ ਦਿੱਲੀ ਦੇ ਵਿੱਚ ਫੋਕਸ ਕਰਦੇ ਨੇ ਔਰ ਜਦੋਂ ਆਦਰਸ਼ ਕੋਡ ਆਫ ਕੰਡਕਟ ਲੱਗ ਜਾਂਦਾ ਤਾਂ ਉਸ ਤੋਂ ਬਾਅਦ ਤੁਹਾਨੂੰ ਹਲਕਾ ਛੱਡਣਾ ਪੈਂਦਾ ਹੈ। ਜੇ ਤੁਸੀਂ ਸਟੇਟ ਦੇ ਨਹੀਂ ਹੋ ਤਾਂ ਤੁਹਾਨੂੰ ਉਹ ਵੀ ਛੱਡਣਾ ਪੈਂਦਾ ਹੈ। ਤੇ ਇਸ ਤਰੀਕੇ ਨਾਲ ਆਦਰਸ਼ ਕੋਡ ਆਫ ਕੰਡਕਟ ਹੁੰਦਾ। ਇਸ ਕਰਕੇ ਰਾਘਵ ਚੱਡਾ ਜਦੋਂ 18 ਤਰੀਕ ਨੂੰ ਸ਼ਾਮ 6 ਵਜੇ ਆਦਰਸ਼ ਕੋਡ ਆਫ ਕੰਡਕਟ ਲੱਗ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸਟੇਟ ਤਾਂ ਛੱਡਣੀ ਪੈਣੀ ਸੀ। ਫਿਰ ਆ ਕੇ ਪੰਚਕੂਲਾ ਦੇ ਵਿੱਚ ਮਨਸਾ ਦੇਵੀ ਮੰਦਿਰ ਪਹੁੰਚੇ ਸੀਗੇ। ਅੱਜ ਉਹ ਗੁਰੂ ਘਰ ਦੇ ਵਿੱਚ ਪਹੁੰਚੇ ਨੇ, ਬਰਤਨ ਧੋਣ ਦੀ ਵੀ ਸੇਵਾ ਜ਼ਰੂਰ ਨਿਭਾ ਰਹੇ ਨੇ, ਲੰਗਰ ਲੋਕਾਂ ਨੂੰ ਉੱਥੇ ਛਕਾ ਰਹੇ ਨੇ। ਤਾਂ ਇਹ ਖੈਰ ਸਿਆਸਤ ਹੈ, ਸਿਆਸਤ ਦੇ ਵਿੱਚ ਅਜਿਹੀਆਂ ਤਸਵੀਰਾਂ ਜ਼ਰੂਰ ਆਉਂਦੀਆਂ ਨੇ ਔਰ ਤਸਵੀਰਾਂ ਅਸੀਂ ਤੁਹਾਡੇ ਤੱਕ ਇਸੇ ਤਰੀਕੇ ਨਾਲ ਪਹੁੰਚਾਉਂਦੇ ਰਹਾਂਗੇ। ਔਰ ਇਹ ਤਸਵੀਰਾਂ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਰਾਘਵ ਚੱਡਾ ਬਹੁਤ ਐਕਟਿਵ ਨਜ਼ਰ ਆਏ ਨੇ। ਰਾਘਵ ਚੱਡਾ ਖਾਸ ਤੌਰ ਤੇ ਸਹਿ ਪ੍ਰਭਾਰੀ ਨੇ ਔਰ ਦਿੱਲੀ ਤੋਂ ਆ ਕੇ ਬਹੁਤ ਐਕਟਿਵ ਪੰਜਾਬ ਦੇ ਵਿੱਚ ਨਜ਼ਰ ਆਏ। ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਨੀ ਹੋਵੇ ਜਾਂ ਫਿਰ ਆਗੂਆਂ ਤੱਕ ਪਹੁੰਚ ਕਰਨੀ ਹੋਵੇ ਜਾਂ ਫਿਰ ਜਿਹੜੇ ਵਿਰੋਧੀਆਂ ਦੇ ਜਵਾਬ ਦੇਣੇ ਹੋਣ, ਰਾਘਵ ਚੱਡਾ ਫਰੰਟ ਫੁੱਟ ਦੇ ਉੱਤੇ ਹਮੇਸ਼ਾ ਨਜ਼ਰ ਆਏ।
ਬਿਲਕੁਲ ਤੇ ਖਾਸ ਕਰਕੇ ਜੇ ਗੱਲ ਕਰਨੀ ਹੋਵੇ ਵਿਰੋਧੀਆਂ ਦੇ ਨਿਸ਼ਾਨੇ ਦੀ ਤਾਂ ਕਿਤੇ ਨਾ ਕਿਤੇ ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਰਾਘਵ ਚੱਡਾ ਵੀ ਪੰਜਾਬੀ ਨੇ ਤੇ ਪੰਜਾਬੀ ਬੋਲਦੇ ਵੀ ਨਜ਼ਰ ਆਏ ਨੇ ਪਿਛਲੇ ਮੈਂ ਸਵਾਲ ਕੀਤਾ ਇਹਨਾਂ ਨੂੰ ਕਿ ਤੁਹਾਨੂੰ ਵਿਰੋਧੀ ਕਹਿੰਦੇ ਨੇ ਕਿ ਤੁਸੀਂ ਪੰਜਾਬ ਦੇ ਨਹੀਂ, ਤਾਂ ਕਹਿੰਦੇ ਕਿ ਮੈਂ ਫਗਵਾੜਾ ਦੇ ਕੋਲ ਮੇਰਾ ਪਿੰਡ ਹੈ, ਮੇਰਾ ਪਰਿਵਾਰ ਉੱਥੇ ਦਾ ਰਹਿਣ ਵਾਲਾ ਏ, ਹਾਲਾਂਕਿ ਉਹ ਦਿੱਲੀ ਜ਼ਰੂਰ ਚਲੇ ਗਏ। ਖੈਰ ਆਪਣੇ ਆਪਣੇ ਦਾਅਵੇ ਨੇ, ਪਰ ਦੂਜਾ ਪੁਆਇੰਟ ਦੇਖਿਆ ਜਾਵੇ ਤਾਂ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਪਰਿਵਾਰ ਇੱਥੇ ਨੇ ਔਰ ਉਹ ਰੋਜ਼ਗਾਰ ਦੇ ਭਾਲ ਦੇ ਵਿੱਚ ਦਿੱਲੀ ਚਲੇ ਜਾਂਦੇ ਨੇ, ਫਿਰ ਉੱਥੇ ਹੀ ਜਾ ਕੇ ਫੈਮਿਲੀ ਸੈਟਲ ਡਾਊਨ ਹੋ ਜਾਂਦੀਆਂ ਨੇ, ਪਰ ਜਿਹੜੀਆਂ ਜੜ੍ਹਾਂ ਨੇ ਉਹ ਹਮੇਸ਼ਾ ਜੁੜੀਆਂ ਰਹਿੰਦੀਆਂ ਨੇ। ਤਾਂ ਨਾਡਾ ਸਾਹਿਬ ਨਤਮਸਤਕ ਹੋਏ ਨੇ ਰਾਘਵ ਚੱਡਾ, ਉਹਨਾਂ ਦੇ ਵੱਲੋਂ ਟਵੀਟ ਵੀ ਕੀਤਾ ਗਿਆ ਹੈ ਕਿ ਗੁਰੂ ਮਹਾਰਾਜ ਦੇ ਪਵਿੱਤਰ ਦਰਬਾਰ ਦੇ ਵਿੱਚ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਅਰਦਾਸ ਕੀਤੀ ਹੈ। ਨਾਡਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਰਾਘਵ ਚੱਡਾ। ਇਹ ਤਸਵੀਰਾਂ ਨੇ ਜੋ ਅਸੀਂ ਦਿਖਾ ਰਹੇ ਹਾਂ ਸਕਰੀਨ ਦੇ ਉੱਤੇ। ਕਹਿ ਰਹੇ ਨੇ ਕਿ ਅੱਜ ਦਾ ਦਿਨ ਪੰਜਾਬ ਦੇ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਆਪਣੇ ਖੁਸ਼ਹਾਲ ਤੇ ਅਗਾਂਹ ਵਧੂ ਭਵਿੱਖ ਦੇ ਲਈ ਬੀਜ ਬੀਜੇਗਾ। ਤਾਂ ਰਾਘਵ ਚੱਡਾ ਕਹਿ ਰਹੇ ਨੇ ਕਿ ਭਵਿੱਖ ਦੀ ਗੱਲ ਕਰ ਰਹੇ ਨੇ ਕਿ ਹੁਣ ਜਿਹੜਾ 5 ਸਾਲਾਂ ਵਾਲਾ ਭਵਿੱਖ ਹੈ ਉਸ ਦੇ ਬੀਜ ਅੱਜ ਬੀਜੇ ਜਾਣਗੇ। ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਵਿਖੇ ਨਤਮਸਤਕ ਹੋਏ ਨੇ ਰਾਘਵ ਚੱਡਾ। ਹਾਂ ਦੇਖੋ, ਇਹ ਤਾਂ ਬਹੁਤ ਕਲੀਅਰ ਹੈ, ਆਪਾਂ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਵੋਟ ਅੱਜ ਕਰਨ ਦਾ ਮਤਲਬ ਹੈ ਫਿਊਚਰ ਦੇ ਲਈ ਵੋਟ ਕਰਨਾ। ਹੁਣ ਤੁਸੀਂ ਉਸ ਨੂੰ ਨੈਕਸਟ ਪੀੜ੍ਹੀ ਦੇ ਲਈ ਕਹੋ, ਨੈਕਸਟ 5 ਸਾਲ ਦੇ ਲਈ ਕਹੋ, ਜਾਂ ਫਿਰ ਅਗਲੇ 10 ਸਾਲ 15 ਸਾਲ ਦਿਮਾਗ ਦੇ ਵਿੱਚ ਰੱਖ ਕੇ ਵੋਟ ਕਰੋ। ਅਲੱਗ-ਅਲੱਗ ਤੁਹਾਡੇ ਮੋਟਿਵ ਹੋ ਸਕਦੇ ਨੇ, ਪਰ ਵੋਟ ਤੁਸੀਂ ਕਰੋ, ਵੋਟ ਤਾਂ ਇੱਕੋ ਕਰਨੀ ਹੈ। ਖੈਰ ਜਿਵੇਂ ਸਿੱਧੂ ਕਹਿ ਰਹੇ ਸੀ ਕਿ ਨੈਕਸਟ ਜਨਰੇਸ਼ਨ ਦੇ ਲਈ, ਨੈਕਸਟ ਪੀੜ੍ਹੀ ਦੇ ਲਈ ਤੁਸੀਂ ਵੋਟ ਕਰ ਰਹੇ ਹੋ, ਤਾਂ ਉਹ ਲਾਜ਼ਮੀ ਤੌਰ ਤੇ ਜਿਹੜੀ ਸਰਕਾਰ ਬਣੇਗੀ ਉਹ 5 ਸਾਲ ਜਿਹੜੇ ਡਿਸੀਜਨ ਲਏਗੀ, ਉਹ ਇਹ ਨਹੀਂ ਹੈ ਕਿ ਜਿਸ ਦਿਨ ਸਰਕਾਰ ਦੇ 5 ਸਾਲ ਖਤਮ ਹੋਏ ਸਾਰੇ ਫੈਸਲੇ ਵੀ ਖਤਮ ਹੋਏ। ਜਿਹੜੀ ਸਰਕਾਰ ਅੱਜ ਕੋਈ ਫੈਸਲਾ ਲੈਂਦੀ ਹੈ, ਕੋਈ ਅੱਜ ਪੁਲ ਬਣਾਉਣ ਦਾ, ਕੋਈ ਫੈਕਟਰੀ ਲਗਾਉਣ ਦਾ, ਜਾਂ ਕੋਈ ਵੀ ਫੈਸਲਾ ਲੈਂਦੀ ਹੈ, ਹੋ ਸਕਦਾ ਅਗਲੇ 25 ਸਾਲ ਦੇ ਲਈ ਹੋਵੇ, ਅਗਲੇ 20 ਸਾਲ ਦੇ ਲਈ ਹੋਵੇ। ਇਸ ਤਰੀਕੇ ਨਾਲ ਹੀ ਸਰਕਾਰਾਂ ਪਲੈਨਿੰਗ ਕਰਦੀਆਂ ਨੇ। ਆਪਾਂ ਆਮ ਤੌਰ ਤੇ ਦੇਖਦੇ ਨੇ ਕਿ ਪੰਚਵਰਸ਼ੀय ਯੋਜਨਾਵਾਂ ਦੇਸ਼ ਦੇ ਵਿੱਚ ਬਹੁਤ ਚੱਲੀਆਂ। ਉਹ ਪੰਚਵਰਸ਼ੀय ਯੋਜਨਾ ਬੇਸ਼ੱਕ 5 ਸਾਲ ਦੇ ਵਿੱਚ ਕੰਪਲੀਟ ਕਰਨ ਵਾਲੀਆਂ ਹੁੰਦੀਆਂ, ਪਰ ਉਹਦਾ ਰੋਡ ਮੈਪ ਤਿਆਰ ਕੀਤਾ ਜਾਂਦਾ 20 ਸਾਲ ਦੇ ਲਈ, 25 ਸਾਲ ਦੇ ਲਈ। ਔਰ ਇਹੀ ਵੋਟਰਾਂ ਦੇ ਜ਼ਿਹਨ ਦੇ ਵਿੱਚ ਵੀ ਹੋਏਗਾ ਕਿ ਅੱਜ ਅਸੀਂ ਵੋਟ ਕਰ ਰਹੇ ਹਾਂ, ਜਿਸ ਨੂੰ ਵੋਟ ਕਰ ਰਹੇ ਹਾਂ ਉਹ ਅਗਲੇ 5 ਸਾਲ 10 ਸਾਲ 15 ਸਾਲ 20 ਸਾਲ ਕੀ ਹੋਏਗਾ, ਕਿਸ ਤਰੀਕੇ ਨਾਲ ਦਿਮਾਗ ਦੇ ਵਿੱਚ ਪੰਜਾਬ ਨੂੰ ਰੱਖੇਗਾ, ਉਹਨਾਂ ਦੇ ਡਿਸੀਜਨਸ ਕਿਸ ਤਰੀਕੇ ਨਾਲ ਪੰਜਾਬ ਨੂੰ ਜਿਹੜੇ ਪ੍ਰਭਾਵ ਉਸ ਦੇ ਉੱਤੇ ਪਾਉਣਗੇ, ਨੈਗੇਟਿਵ ਪੋਜ਼ਿਟਿਵ, ਉਹ ਸਾਰਾ ਕੁਝ ਆਪਾਂ ਡਿਸਾਈਡ ਕਰਨਾ ਹੈ ਸਮਝਦਾਰੀ ਨਾਲ। ਔਰ ਅਸੀਂ ਵਾਰ-ਵਾਰ ਅਪੀਲ ਕਰ ਰਹੇ ਹਾਂ ਕਿ ਠੰਡੇ ਦਿਮਾਗ ਨਾਲ, ਸਮਝਦਾਰੀ ਦੇ ਨਾਲ ਨਿਕਲੋ, ਕਰੋ, ਵੋਟ ਕਰੋ। ਬਿਲਕੁਲ, ਤਾਂ ਭਵਿੱਖ ਦੀ ਗੱਲ ਕਰ ਰਹੇ ਨੇ ਸਾਰੇ ਹੀ ਆਗੂ, ਚਾਹੇ ਉਹ ਰਾਘਵ ਚੱਡਾ ਹੋਣ, ਆਮ ਆਦਮੀ ਪਾਰਟੀ ਦੇ ਆਗੂ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਹੋਣ, ਤਰੁਣ ਚੁੱਗ ਬੀਜੇਪੀ ਦੇ ਆਗੂ ਨੇ। ਤਰੁਣ ਚੁੱਗ ਨੇ ਵੀ ਆਪਣਾ ਵੋਟ ਕਾਸਟ ਕੀਤਾ ਹੈ। ਬੀਜੇਪੀ ਇਸ ਵਾਰ ਗੌਰਵ ਵੱਡੇ ਪਲੇਅਰ ਦੇ ਤੌਰ ਤੇ ਉਤਰੀ ਹੈ। ਅਕਾਲੀ ਦਲ ਨਾਲੋਂ ਅਲਾਇੰਸ ਟੁੱਟ ਗਿਆ, ਲੇਕਿਨ ਇਸ ਵਾਰ 65 ਸੀਟਾਂ ਤੇ ਅਲਾਇੰਸ ਦੇ ਵਿੱਚ 65 ਸੀਟਾਂ ਤੇ ਬੀਜੇਪੀ ਚੋਣ ਲੜ ਰਹੀ ਹੈ। ਬਿਲਕੁਲ 65 ਤੋਂ ਵੀ ਜ਼ਿਆਦਾ ਹੋ ਗਿਆ, ਕਿਉਂਕਿ ਬਿਲਕੁਲ ਟਾਈਮ ਦੇ ਉੱਤੇ ਆ ਕੇ ਬਹੁਤ ਸਾਰੇ ਜਿਹੜੇ ਪੀਐਲਸੀ ਦੇ ਕੈਂਡੀਡੇਟ ਸੀ, ਜਿਹੜੇ ਖਾਸ ਤੌਰ ਤੇ ਸ਼ਹਿਰੀ ਸੀ, ਉਹ ਕਹਿੰਦੇ ਸੀ ਅਸੀਂ ਕਮਲ ਦੇ ਫੁੱਲ ਦੇ ਉੱਤੇ ਲੜਨਾ ਹੈ। ਤਾਂ 4-5 ਕੈਂਡੀਡੇਟ ਉਹ ਹੋਏ, 65 ਤੇ 5 70 ਹੋ ਗਈਆਂ ਸੀਟਾਂ। ਤੇ ਉਸ ਤੋਂ ਬਾਅਦ ਐਂਡ ਟਾਈਮ ਦੇ ਉੱਤੇ ਜਾ ਕੇ 3 ਸੀਟਾਂ ਦੇ ਉੱਤੇ ਪੀਐਲਸੀ ਨੇ, ਕੈਪਟਨ ਨੇ ਕਿਹਾ ਕਿ ਤੁਸੀਂ ਆਪਣੇ ਕੈਂਡੀਡੇਟ ਉਤਾਰੋ। ਤਾਂ ਕਰੀਬ 73 ਸੀਟਾਂ ਦੇ ਉੱਤੇ ਬੀਜੇਪੀ ਇਸ ਵਾਰ ਚੋਣ ਮੈਦਾਨ ਦੇ ਵਿੱਚ ਹੈ। ਇਹ ਪਹਿਲਾ ਮੌਕਾ ਹੈ 23 ਸੀਟਾਂ ਤੋਂ 73 ਤੱਕ। ਦੇਖੋ ਇੱਕ ਚੀਜ਼ ਬਹੁਤ ਕਲੀਅਰ ਹੈ ਕਿ ਜਦੋਂ ਆਪਾਂ ਬੀਜੇਪੀ ਦੇ ਵੋਟ ਪਰਸੈਂਟੇਜ ਦਾ ਜ਼ਿਕਰ ਕਰਦੇ ਹਾਂ ਤਾਂ ਉਹ ਸਿਰਫ 23 ਸੀਟਾਂ ਦੀ ਕਾਊਂਟਿੰਗ ਹੁੰਦੀ ਹੈ ਕਿ 23 ਸੀਟਾਂ ਦੇ ਉੱਤੇ 5%, 7%, 8% ਜਿੰਨਾ ਵੀ ਵੋਟ ਪਰਸੈਂਟੇਜ ਉਹਨਾਂ ਦਾ ਰਿਹਾ ਹੈ। ਤੇ ਜਦੋਂ ਤੁਸੀਂ 23 ਤੋਂ 73 ਤੱਕ ਪਹੁੰਚੋਗੇ ਤਾਂ ਤੁਹਾਡਾ ਵੋਟ ਪਰਸੈਂਟੇਜ ਹੋ ਸਕਦਾ ਕਿ ਵਾਧਾ ਹੋਇਆ ਨਜ਼ਰ ਆਵੇ, ਕਿਉਂਕਿ ਟੋਟਲ ਤੁਹਾਡਾ ਵੋਟ ਪਰਸੈਂਟੇਜ ਉਸ ਦੇ ਉੱਤੇ ਹੋਏਗਾ। ਤਾਂ ਉਹ ਬੀਜੇਪੀ ਇਸ ਵਾਰੀ ਫੋਕਸ ਕਰ ਰਹੀ ਹੈ। ਬੀਜੇਪੀ ਦੇ ਆਗੂ ਤਾਂ ਦਾਅਵਾ ਕਰਦੇ ਨੇ ਕਿ ਅਸੀਂ ਕਿੰਗ ਮੇਕਰ ਲਾਜ਼ਮੀ ਤੌਰ ਦੇ ਉੱਤੇ ਹੋਵਾਂਗੇ। ਔਰ ਜਿਹੜੇ ਬੀਜੇਪੀ ਦੀ ਸਟ੍ਰੈਟਜੀ, ਆਪਾਂ ਤਰੁਣ ਚੁੱਗ ਦੀ ਜਿਹੜਾ ਬਿਆਨ ਆ ਉਹ ਸੁਣਵਾਉਣਾ ਹੈ, ਪਰ ਬੀਜੇਪੀ ਦੀ ਸਟ੍ਰੈਟਜੀ ਨੂੰ ਸਮਝਣਾ ਹੋਏਗਾ। ਬੀਜੇਪੀ ਨੇ ਪੰਜਾਬ ਦੇ ਆਪਣੇ ਵੱਡੇ ਚਿਹਰੇ ਜਿਹੜੇ ਵੀ ਸੀ ਚੋਣ ਮੈਦਾਨ ਚ ਆ ਗਏ। ਅਸ਼ਵਨੀ ਸ਼ਰਮਾ, ਮਨੋਰੰਜਨ ਕਾਲੀਆ, KD ਭੰਡਾਰੀ, ਵਿਜੇ ਸਾਂਪਲਾ, ਇਹ ਸਭ ਚੋਣ ਮੈਦਾਨ ਦੇ ਵਿੱਚ ਉਤਾਰੇ ਨੇ। ਸੁਣ ਲੈਂਦੇ ਹਾਂ ਕੀ ਕੁਝ ਕਹਿ ਰਹੇ ਨੇ ਤਰੁਣ ਚੁੱਗ। ਅੱਜ ਬੜਾ ਭਾਗਾਂ ਵਾਲਾ ਦਿਨ ਹੈ। ਪੰਜਾਬ ਦੇ ਅੰਦਰ ਲੋਕਤੰਤਰ ਦਾ ਉਤਸਵ ਮਨਾਇਆ ਜਾ ਰਿਹਾ ਹੈ। ਜਿਹੜਾ ਅਧਿਕਾਰ ਡਾਕਟਰ ਭੀਮ ਰਾਵ ਅੰਬੇਦਕਰ ਜੀ ਨੇ ਸਾਨੂੰ ਕਨਸਟੀਟਿਊਸ਼ਨ ਦੇ ਅੰਦਰ ਦਿੱਤਾ ਸੀ, ਵੋਟ ਦਾ ਅਧਿਕਾਰ, ਔਰ ਮੈਂ ਪ੍ਰਯੋਗ ਕਰਕੇ ਆਇਆ। ਔਰ ਮੇਰੀ ਪੰਜਾਬ ਵਾਸੀਆਂ ਨੂੰ ਨਿਵੇਦਨ ਹੈ ਕਿ ਬੜੇ ਸੰਘਰਸ਼ਾਂ ਤੋਂ ਬਾਅਦ ਇਹ ਵੋਟ ਦਾ ਅਧਿਕਾਰ ਸਾਨੂੰ ਮਿਲਿਆ। ਇਸ ਵਿੱਚ ਸਾਰੇ ਹੀ ਅਸੀਂ ਲੋਕ ਭਾਰਤ ਦੇ ਨਾਗਰਿਕ, ਔਰ ਪੰਜਾਬ 'ਚ ਵੋਟ ਹੋ ਰਿਹਾ ਹੈ, UP 'ਚ ਵੋਟ ਹੋ ਰਿਹਾ ਹੈ। ਮੈਂ ਸਾਰਿਆਂ ਨੂੰ ਹੀ ਬੇਨਤੀ ਕਰਾਂਗਾ ਕਿ ਆਪਣੇ ਵੋਟ ਦਾ ਪ੍ਰਯੋਗ ਕਰੀਏ। ਤਾਂ ਮਨੀਸ਼ ਤਿਵਾਰੀ ਨੇ ਵੀ ਵੋਟ ਕਾਸਟ ਕੀਤਾ ਹੈ। ਕਾਂਗਰਸ ਦੇ ਵੱਡੇ ਆਗੂ ਨੇ, ਉਹਨਾਂ ਦੀਆਂ ਵੀ ਤਸਵੀਰਾਂ ਅਸੀਂ ਵਿਖਾਉਂਦੇ ਹਾਂ। ਮਨੀਸ਼ ਤਿਵਾਰੀ MP ਨੇ ਕਾਂਗਰਸ ਦੇ, ਤੇ ਉਹਨਾਂ ਨੇ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਆਉਂਦੇ ਨੇ ਤੇ ਉਹਨਾਂ ਨੇ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਖਾਸ ਨਾਰਾਜ਼ਗੀ ਜ਼ਾਹਰ ਕਰਦੇ ਰਹੇ ਨੇ ਗੌਰਵ ਪਿਛਲੇ ਦਿਨਾਂ ਦੇ ਵਿੱਚ ਆਪਣੀ ਹੀ ਪਾਰਟੀ ਦੇ ਨਾਲ। ਇਹ ਕੈਪਟਨ ਦੇ ਬਹੁਤ ਕਰੀਬੀ ਰਹੇ ਨੇ ਹਮੇਸ਼ਾ ਤੋਂ। ਮਨੀਸ਼ ਤਿਵਾਰੀ ਜਦੋਂ ਕੈਪਟਨ ਨੂੰ ਲੈ ਕੇ ਡਿਸੀਜਨ ਲਏ ਗਏ ਨੇ, ਇਹ ਉਸ ਦਾ ਵਿਰੋਧ ਵੀ ਕਰਦੇ ਹੋਏ ਨਜ਼ਰ ਆਏ ਨੇ।
ਖੈਰ ਅਨੰਦਪੁਰ ਸਾਹਿਬ ਤੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ। ਲੋਕ ਸਭਾ ਦੀ ਚੋਣ ਬੜਾ ਟਫ ਫਾਈਟ ਸੀ ਜਦੋਂ ਪ੍ਰੇਮ ਸਿੰਘ ਚੰਦੂਮਾਜਰਾ ਚੋਣ ਮੈਦਾਨ ਦੇ ਵਿੱਚ ਸੀ ਤਾਂ ਮਨੀਸ਼ ਤਿਵਾੜੀ ਦੇ ਲਈ ਉਹਨਾਂ ਸੀਟਾਂ ਦੇ ਉੱਤੇ ਪਰਫਾਰਮੈਂਸ ਦਿਖਾਉਣ ਦੀ ਜਾਂ ਫਿਰ ਕਿਉਂਕਿ ਦੇਖੋ ਵਾਈਸ ਵਰਸਾ ਹੁੰਦਾ ਕਿ ਜਦੋਂ ਵਿਧਾਨ ਸਭਾ ਦੀ ਚੋਣ ਹੈ ਤਾਂ ਜਿਹੜਾ ਵਿਧਾਇਕ ਹੈ ਜਾਂ ਜਿਹੜਾ ਐਮਪੀ ਹੈ ਉਹ ਸਪੋਰਟ ਕਰਦਾ ਕਿ ਮੈਨੂੰ ਇਹ ਹਲਕਿਆਂ ਦੇ ਵਿੱਚੋਂ ਵੋਟ ਪਈ ਸੀ ਤੇ ਮੈਂ ਹੁਣ ਜਿਹੜਾ ਉੱਥੇ ਦਾ ਕੈਂਡੀਡੇਟ ਹੈ ਐਮਐਲਏ ਦੀਆਂ ਵੋਟਾਂ ਦੇ ਵਿੱਚ ਉਸ ਨੂੰ ਵੋਟ ਪਾਵਾਂ। ਤੇ ਜਦੋਂ ਲੋਕ ਸਭਾ ਦੀ ਚੋਣ ਹੁੰਦੀ ਹੈ ਤਾਂ ਜਿਹੜੇ ਵਿਧਾਇਕ ਜਿੱਤੇ ਹੁੰਦੇ ਨੇ ਜਾਂ ਕੈਂਡੀਡੇਟ ਹੁੰਦੇ ਨੇ, ਜਿਵੇਂ ਕਿਸੇ ਕੈਂਡੀਡੇਟ ਨੂੰ ਲੋਕ ਸਭਾ ਵਿਧਾਨ ਸਭਾ ਦੇ ਵਿੱਚ 40% ਵੋਟ ਪਈ ਤਾਂ ਉਹ ਕੋਸ਼ਿਸ਼ ਕਰਦਾ ਕਿ 40% ਲੋਕ ਸਭਾ ਦੇ ਵਿੱਚ ਵੀ ਮੇਰੇ ਹਲਕੇ ਦੇ ਘੱਟੋ ਘੱਟ 40% ਵੋਟ ਜ਼ਰੂਰ ਭੁਗਤੇ। ਤਾਂ ਕਿਤੇ ਨਾ ਕਿਤੇ ਸਾਥ ਮਿਲਿਆ ਕਾਂਗਰਸੀਆਂ ਦਾ। ਜੇ ਆਪਾਂ ਮਨੀਸ਼ ਤਿਵਾੜੀ ਦਾ ਜ਼ਿਕਰ ਕਰੀਏ, ਅਨੰਦਪੁਰ ਸਾਹਿਬ ਤੋਂ ਆਉਂਦੇ ਨੇ, ਉਹਨਾਂ ਦੇ ਵਿੱਚ ਸੀਟਾਂ ਦੇਖੋ ਬਹੁਤ ਸਾਰੀਆਂ ਨੇ। ਅਨੰਦਪੁਰ ਸਾਹਿਬ ਦੀ ਸੀਟ ਹੈ, ਰੋਪੜ ਦੀ ਸੀਟ ਹੈ, ਚਮਕੌਰ ਦੀ ਸੀਟ ਹੈ, ਮੋਹਾਲੀ ਦੀ ਸੀਟ ਹੈ, ਖਰੜ ਦੀ ਸੀਟ ਹੈ, ਡੇਰਾਬੱਸੀ ਵਾਲੀ ਸੀਟ ਹੈ। ਤਾਂ ਇਹ ਸਾਰੀਆਂ ਸੀਟਾਂ ਅਨੰਦਪੁਰ ਸਾਹਿਬ ਦੇ ਵਿੱਚ ਆਉਂਦੀਆਂ ਨੇ ਜਿੱਥੇ ਮਨੀਸ਼ ਤਿਵਾੜੀ ਦੀ ਪਰਫਾਰਮੈਂਸ ਵਧੀਆ ਸੀ, ਇਸ ਕਰਕੇ ਉਹਨਾਂ ਨੇ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬੀ ਜ਼ਰੂਰ ਹਾਸਲ ਕੀਤੀ ਸੀ। ਹੁਣ ਦੇਖਣਾ ਹੋਏਗਾ ਕਿ ਉਹਨਾਂ ਦਾ ਕਿੰਨਾ ਸਾਥ ਮਿਲਦਾ ਏ ਲੋਕਾਂ ਨੂੰ ਜਾਂ ਉਹਨਾਂ ਦਾ ਕਿੰਨਾ ਸਾਥ ਮਿਲਦਾ ਏ ਜਿਹੜੇ ਕਾਂਗਰਸ ਦੇ ਕੈਂਡੀਡੇਟਸ ਨੇ ਉਹਨਾਂ ਨੂੰ। ਕੁਝ ਹੋਰ ਤਸਵੀਰਾਂ ਦਿਖਾ ਰਹੇ ਹਾਂ। ਇੱਕ ਅਸੀਂ ਤਸਵੀਰ ਵਿਖਾ ਰਹੇ ਹਾਂ, ਇੱਕ ਦੁਲਹਨ ਵਿਆਹ ਦੇ ਜੋੜੇ ਦੇ ਵਿੱਚ ਵੋਟ ਕਾਸਟ ਕਰਕੇ ਗਈ ਹੈ। ਅਜਿਹੀਆਂ ਤਸਵੀਰਾਂ ਅਕਸਰ ਵੇਖਣ ਨੂੰ ਮਿਲਦੀਆਂ ਨੇ। ਗੌਰਵ, ਜਦ ਵੀ ਕਿਸੇ ਵੀ ਸਟੇਟ ਦੀ ਵੋਟ ਹੋਏ, ਕਿਸੇ ਵੀ ਸਟੇਟ ਦੇ ਵਿੱਚ ਪੋਲਿੰਗ ਹੋ ਰਹੀ ਹੋਵੇ, ਮੇਰੇ ਕੋਲ ਜਾਣਕਾਰੀ ਪਹੁੰਚੀ ਸੀ, ਮੈਂ ਇੱਕ ਵਾਰੀ ਦੱਸ ਦਵਾਂ ਜੇ ਮੈਂ ਗਲਤ ਨਹੀਂ ਤਾਂ ਇਸ ਲਾੜੀ ਦਾ ਨਾਮ ਹੈ ਅਰਸ਼ਪ੍ਰੀਤ ਔਰ ਇਹ ਜ਼ੀਰਕਪੁਰ ਦੇ ਵਿੱਚ ਇੱਕ ਨਾਭਾ ਪਿੰਡ ਹੈ, ਉੱਥੇ ਵੋਟ ਪੋਲ ਕਰਨ ਦੇ ਲਈ ਪਹੁੰਚਨੇ। ਪਰ ਇਹ ਲਾਜ਼ਮੀ ਤੌਰ ਤੇ ਸ਼ਲਾਘਾ ਦੇ ਪਾਤਰ ਨੇ ਕਿ ਜਿਨ੍ਹਾਂ ਦੇ ਲਈ ਜ਼ਰੂਰੀ ਹੈ ਵੋਟ ਕਰਨਾ। ਕੰਮ ਸਾਰੇ ਹੁੰਦੇ ਰਹਿਣਗੇ ਪਰ ਵੋਟ ਸਭ ਤੋਂ ਜ਼ਰੂਰੀ। ਆਮ ਤੌਰ ਤੇ ਜਦੋਂ ਵੋਟਾਂ ਹੁੰਦੀਆਂ ਨੇ ਤੇ ਐਵੇਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਨੇ। ਐਤਵਾਰ ਦਾ ਦਿਨ ਬਹੁਤ ਸਾਰੇ ਲੋਕਾਂ ਨੇ ਚੂਜ਼ ਕੀਤਾ ਹੁੰਦਾ ਕਿ ਉਸ ਦਿਨ ਹੀ ਵਿਆਹ ਧਰ ਲਿਆ ਤੇ ਫਿਰ ਇਹ ਨਾ ਹੋਵੇ ਕਿ ਸਾਡੇ 400-500 ਰਿਸ਼ਤੇਦਾਰ ਉਹ ਸਾਰੀ ਵੋਟਾਂ ਤੋਂ ਰਹਿ ਜਾਣ। ਤਾਂ ਇੱਕ ਸੁਨੇਹਾ ਬਾਕੀ ਰਿਸ਼ਤੇਦਾਰਾਂ ਨੂੰ ਵੀ ਹੈ ਕਿ ਦੇਖੋ ਮੈਂ ਤਾਂ ਵੋਟ ਪਾਇਆ ਹੀ, ਤੁਸੀਂ ਜੇ ਵੋਟ ਨਹੀਂ ਪਾ ਕੇ ਆਏ ਤਾਂ ਵੋਟ ਕਰੋ। ਹਾਲਾਂਕਿ ਬਹੁਤ ਸਾਰੇ ਇਹ ਵੀ ਗੌਰਵ, ਇਹ ਪਤਾ ਲੱਗਿਆ ਸੀਗਾ ਕਿ ਬਹੁਤ ਸਾਰੇ ਲੋਕਾਂ ਨੇ ਡੇਟ ਵੀ ਬਦਲੀ, ਲੇਕਿਨ ਬਹੁਤ ਸਾਰੇ ਉਹ ਵੀ ਨੇ ਇਹਨਾਂ ਵਰਗੀ ਤਸਵੀਰ ਕਿ ਜੋ ਜਿਨ੍ਹਾਂ ਦਾ ਅੱਜ ਵਿਆਹ ਹੋਣਾ ਹੈ ਲੇਕਿਨ ਉਸ ਤੋਂ ਪਹਿਲਾਂ ਵੋਟ ਕਾਸਟ ਕਰਨ ਦੇ ਲਈ ਪਹੁੰਚੇ ਨੇ। ਯਾਨੀ ਕਿ ਇੱਕ ਵੋਟ ਹੱਕ ਦੇ ਇਸਤੇਮਾਲ ਦੀ ਜਿਹੜੀ ਅਸੀਂ ਵਾਰ-ਵਾਰ ਗੱਲ ਕਰ ਰਹੇ ਹਾਂ ਕਿ ਬਹੁਤ ਜ਼ਰੂਰੀ ਹੈ। ਮਤਲਬ ਬਾਕੀ ਕੰਮ ਹੁੰਦੇ ਰਹਿਣਗੇ ਜੋ ਅਸੀਂ ਸਵੇਰ ਤੋਂ ਜ਼ਿਕਰ ਕਰ ਰਹੇ ਹਾਂ ਕਿ ਵਿਆਹ ਵੀ ਹੁੰਦਾ ਰਹੇਗਾ। ਇੱਕ ਬਜ਼ੁਰਗ ਅਸੀਂ ਤਸਵੀਰ ਵਿਖਾ ਰਹੇ ਹਾਂ, ਬਜ਼ੁਰਗ ਚੱਲ ਨਹੀਂ ਸਕਦੇ ਲੇਕਿਨ ਉਹਨਾਂ ਨੂੰ ਫਿਰ ਤੋਂ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ, ਉਹਨਾਂ ਨੂੰ ਵੋਟ ਪਵਾਉਣ ਦੇ ਲਈ ਲਿਜਾਇਆ ਜਾ ਰਿਹਾ ਹੈ। ਖਾਸ ਕਰਕੇ ਗੌਰਵ, ਇਲੈਕਸ਼ਨ ਕਮਿਸ਼ਨ ਨੇ ਵੀ ਕਾਫੀ ਸਾਰੀਆਂ ਸਰਵਿਸਿਜ਼ ਦਿੱਤੀਆਂ ਨੇ। ਕਿਹਾ ਹੈ ਕਿ ਜੋ ਵੀ ਕੋਈ ਨਹੀਂ ਪਹੁੰਚ ਸਕਦਾ ਅਸੀਂ ਉਹਨਾਂ ਨੂੰ ਸਹੂਲਤ ਦਵਾਂਗੇ, ਉਹਨਾਂ ਨੂੰ ਪਿਕ ਡ੍ਰੌਪ ਦੀ ਵੀ ਸਹੂਲਤ ਦਿੱਤੀ ਜਾਏਗੀ। ਪਰ ਹੋਪਸੋ ਕਿ ਇੱਥੇ ਵੀਲ ਚੇਅਰ ਦਾ ਅਰੇਂਜਮੈਂਟ ਜ਼ਰੂਰ ਹੁੰਦਾ। ਪਰਿਵਾਰ ਇਸ ਤਰੀਕੇ ਨਾਲ ਲੈ ਕੇ ਆ ਰਿਹਾ ਕਿ ਜੇ ਪੋਲਿੰਗ ਬੂਥ ਦੇ ਉੱਤੇ ਸ਼ਾਇਦ ਇੱਥੇ ਵੀਲ ਚੇਅਰ ਦਾ ਅਰੇਂਜਮੈਂਟ ਨਹੀਂ ਹੋਏਗਾ, ਇਸ ਕਰਕੇ ਪਰਿਵਾਰ ਨੂੰ ਇਸ ਤਰੀਕੇ ਨਾਲ ਲੈ ਕੇ ਜਾਣਾ ਪੈ ਰਿਹਾ। ਦੇਖੋ ਕੁਝ ਥਾਵਾਂ ਦੇ ਉੱਤੇ ਇਹ ਉਹਨਾਂ ਦੀ ਪਰਸਨਲ ਵੀਲ ਚੇਅਰ ਲੱਗ ਰਹੀ ਹੈ ਔਰ ਵੈਸੇ ਪੋਲਿੰਗ ਬੂਥ ਦੇ ਉੱਤੇ ਵੀ ਕਈ ਥਾਵਾਂ ਦੇ ਉੱਤੇ ਵੀਲ ਚੇਅਰ ਦਾ ਇੰਤਜ਼ਾਮ ਕੀਤਾ ਜਾਂਦਾ ਕਿ ਕੋਈ ਜੇ ਕੈਂਡੀਡੇਟ ਆ ਰਿਹਾ ਹੈ, ਸੌਰੀ ਜੇਕਰ ਕੋਈ ਵੋਟਰ ਆ ਰਿਹਾ ਹੈ ਔਰ ਉਮਰ ਦਰਾਜ਼ ਹੈ ਜਾਂ ਫਿਰ ਕੋਈ ਬਿਮਾਰ ਹੈ ਤੇ ਉਹ ਨਹੀਂ ਚੱਲ ਕੇ ਜਾ ਸਕਦਾ ਤਾਂ ਉਹਨੂੰ ਕਾਰ ਦੇ ਵਿੱਚ ਉੱਥੇ ਲਿਆਇਆ ਜਾਵੇ ਜਾਂ ਕੁਝ ਹੋਰ ਸਾਧਨ ਦੇ ਜ਼ਰੀਏ ਉੱਥੇ ਤੱਕ ਲਿਆਂਦਾ ਜਾਵੇ ਤੇ ਅੰਦਰ ਜਾਣ ਦੇ ਲਈ ਉਹਨਾਂ ਦੇ ਲਈ ਵੀਲ ਚੇਅਰ ਦਾ ਇੰਤਜ਼ਾਮ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਬਹੁਤ ਸਾਰੇ ਪੋਲਿੰਗ ਬੂਥਸ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਸੀ ਜਿੱਥੇ ਇੰਤਜ਼ਾਮ ਸੀ। ਇੱਕ ਹੋਰ ਰੋਪੜ ਦੀ ਤਸਵੀਰ ਹੈ ਜਿੱਥੇ ਵਿਆਹ ਤੋਂ ਪਹਿਲਾਂ ਲਾੜਾ ਵੋਟ ਕਾਸਟ ਕਰਨ ਦੇ ਲਈ ਪਹੁੰਚਿਆ ਤਾਂ ਇੱਕ ਪਾਸੇ ਦੁਲਹਨ ਪਹੁੰਚੀ ਸੀ, ਦੂਸਰੇ ਪਾਸੇ ਇਹ ਰੋਪੜ ਦੀ ਤਸਵੀਰ ਹੈ ਜਿੱਥੇ ਆਪਣੇ ਵਿਆਹ ਤੋਂ ਪਹਿਲਾਂ ਲਾੜਾ ਵੋਟ ਕਾਸਟ ਕਰਨ ਦੇ ਲਈ ਪਹੁੰਚਿਆ। ਉਹਨਾਂ ਦਾ ਪੂਰਾ ਪਰਿਵਾਰ ਪੂਰੇ ਵਿਆਹ ਦੇ ਲਈ ਤਿਆਰੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਵੋਟ ਕਾਸਟ ਕਰਨਾ ਉਹਨਾਂ ਨੇ ਜ਼ਰੂਰੀ ਸਮਝਿਆ, ਜੋ ਬਿਲਕੁਲ ਜ਼ਰੂਰੀ ਹੈ। ਇਹ ਜਨਾਬ ਨੇ ਰੋਪੜ ਤੋਂ, ਨਾਮ ਹੈ ਗੁਰਦਿੱਤ ਸਿੰਘ, ਜਿਨ੍ਹਾਂ ਨੇ ਆਪਣਾ ਵਿਆਹ ਉਹਨਾਂ ਦੇ ਪਰਿਵਾਰ ਨੇ ਧਰਿਆ ਤੇ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਜਾਈਏ ਅਸੀਂ ਵਿਆਹਣ ਲਾੜੀ ਨੂੰ ਪਰ ਉਸ ਤੋਂ ਪਹਿਲਾਂ ਜਿਹੜਾ ਜ਼ਰੂਰੀ ਕੰਮ ਹੈ ਉਹ ਵੀ ਕਰ ਲਈਏ। ਇਹ ਇੱਕ ਸਾਫ਼ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਅੱਜ ਨਹੀਂ ਤਾਂ ਕਦੇ ਨਹੀਂ। ਇਹ ਦਿਮਾਗ ਦੇ ਵਿੱਚ ਰੱਖੋ, ਇਹ ਨਾ ਸੋਚੋ ਕਿ ਚਲੋ ਵੋਟਾਂ ਤਾਂ ਆਉਂਦੀਆਂ ਰਹਿੰਦੀਆਂ ਨੇ, ਇਹ 5 ਸਾਲ ਬਾਅਦ ਆਉਣਗੀਆਂ ਪਰ ਜਿਹੜਾ ਅੱਜ ਮੌਕਾ ਹੈ ਉਹ 5 ਸਾਲ ਬਾਅਦ ਨਹੀਂ ਹੋਏਗਾ। ਆਪਾਂ ਜੋ ਜ਼ਿਕਰ ਕਰ ਰਹੇ ਹਾਂ ਕਿ ਜੇ ਅੱਜ ਤੁਸੀਂ ਵੋਟ ਨਾ ਕੀਤਾ ਤਾਂ 5 ਸਾਲ ਜਿਸ ਨੂੰ ਚੁਣਿਆ ਗਿਆ ਔਰ ਤੁਹਾਡੀ ਮਨਪਸੰਦ ਦਾ ਨਾ ਹੋਇਆ, ਉਹਦੇ ਜਿਹੜੇ ਡਿਸੀਜਨਸ ਨੇ, ਉਹਦੇ ਜਿਹੜੇ ਫੈਸਲੇ ਨੇ ਬਤੌਰ ਵਿਧਾਇਕ, ਮੰਤਰੀ ਜਾਂ ਮੁੱਖ ਮੰਤਰੀ ਜਿਨ੍ਹਾਂ ਦੀ ਵੀ ਸਰਕਾਰ ਬਣਦੀ ਹੈ, ਉਹ ਅਗਲੇ 20 ਸਾਲ ਤੱਕ ਪੰਜਾਬ ਨੂੰ ਪ੍ਰਭਾਵਿਤ ਕਰ ਸਕਦੇ ਨੇ, ਅਗਲੇ 25 ਸਾਲ ਤੱਕ ਪ੍ਰਭਾਵਿਤ ਕਰ ਸਕਦੇ ਨੇ। ਇਸ ਕਰਕੇ ਅੱਜ ਨਹੀਂ ਤਾਂ ਕਦੇ ਨਹੀਂ।